मेरा नाम नवदीप कौर है जी। मैं DDPO लुधियाना हैगी करंटली। एक 100 करोड़ तो ਵੱਧ ਦੀ ਇਨਕੁਆਇਰੀ जो है लुधियाना 2 ਬਲਾਕ ਦੇ 6 ਪੰਚਾਇਤਾਂ ਦੇ ਵਿੱਚ ਜੋ ਪੈਸਾ ਆਇਆ ਸੀ ਐਕੁਜੀਸ਼ਨ ਦਾ ਕੁਝ ਕਰੀਬ 250 ਕਰੋੜ ਦੇ ਅਰਾਊਂਡ ਪੈਸਾ ਆਇਆ ਸੀਗਾ। ਉਹਦੀ ਇਨਕੁਆਇਰੀ ਚੱਲ ਰਹੀ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਮੇਰੇ ਤੋਂ ਫੈਕਟਸ ਮੰਗੇ ਗਏ ਨੇ ਤੇ ਉਹਨਾਂ ਫੈਕਟਸ ਦੇ ਚੱਲਦਿਆਂ ਮੈਂ ਇੱਕ ਇਨਕੁਆਇਰੀ ਜੋ ਕਰ ਰਹੀ ਹਾਂ ਰਿਕਾਰਡਸ ਪ੍ਰੋਵਾਈਡ ਕਰਵਾ ਰਹੀ ਹੈਗੀ ਆ ਤਾਂ ਮੈਨੂੰ ਕਾਫੀ ਥ੍ਰੈਟਸ ਔਰ ਕਾਫੀ ਤਰ੍ਹਾਂ ਦਾ ਪ੍ਰੈਸ਼ਰ ਮੈਂ ਕਹਿ ਸਕਦੀ ਹਾਂ ਬਹੁਤ ਸਾਈਡਸ ਤੋਂ ਪੈ ਰਿਹਾ ਕਿ ਤੁਸੀਂ ਕਿਉਂਕਿ ਕੁਝ ਅਨਸਰ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਚਾਹੁੰਦੇ ਨਹੀਂ ਹੈ ਕਿ ਇਹ ਜਿਹੜੀ ਇਨਕੁਆਇਰੀ ਹੈ ਇਹ ਇਮਾਨਦਾਰੀ ਤਰੀਕੇ ਦੇ ਨਾਲ ਫੇਅਰ ਐਂਡ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ। ਸੋ ਉਹਦੇ ਚੱਲਦਿਆਂ ਹੀ ਜਦੋਂ ਹੋਰ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਿਆ ਤਾਂ ਮੈਨੂੰ ਲੱਗਦਾ ਕਿ ਇੱਕ ਆਹ ਫ੍ਰਿਵਲਸ ਜਿਹਾ ਮੈਂ ਕਹੂੰਗੀ ਕਿ ਇੱਕ ਚੀਜ਼ ਮੀਡੀਆ ਦੇ ਵਿੱਚ ਲਿਆਂਦੀ ਗਈ ਮੈਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਕਿ ਮੇਰੇ ਤੇ ਕੋਈ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ ਜਾਂ ਮੇਰੇ ਤੇ ਕੋਈ ਵਿਜੀਲੈਂਸ ਦਾ ਕੇਸ ਦਰਜ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਤੇ ਬਤੌਰ ਨਵਦੀਪ ਕੌਰ DDPO ਲੁਧਿਆਣਾ ਕੋਈ ਵੀ ਜਿਹੜਾ ਵਿਜੀਲੈਂਸ ਦਾ ਕੇਸ ਹੈ ਉਹ ਦਰਜ ਨਹੀਂ ਹੈ, ਨਾ ਹੀ ਕੋਈ ਪਰਚਾ ਹੈਗਾ। ਸਿਰਫ ਇੱਕ ਕੰਪਲੇਂਟ ਦੇ ਬੇਸ ਤੇ ਇੱਕ ਇਨਕੁਆਇਰੀ ਚੱਲ ਰਹੀ ਹੈ। ਉਹ ਇਨਕੁਆਇਰੀ ਵੀ ਪਿਛਲੇ 10 ਤੋਂ 11 ਮਹੀਨੇ ਦੀ ਚੱਲ ਰਹੀ ਹੈ ਤੇ ਉਹਦੇ ਵਿੱਚ ਮੈਨੂੰ ਅੱਜ ਤੱਕ ਵੀ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਨਹੀਂ ਬੁਲਾਇਆ ਗਿਆ। ਦਿਸ ਇਟਸੈਲਫ ਸ਼ੋਜ਼ ਕਿ ਸ਼ਾਇਦ ਉਹਨਾਂ ਦੀ ਜੋ ਐਲੀਗੇਸ਼ਨਸ ਲੱਗੀਆਂ ਹੋਈਆਂ ਨੇ ਉਹ ਇੰਨੀ ਕੋਈ ਕੁਝ ਉਹਨਾਂ ਦੇ ਵਿੱਚ ਤੱਥ ਨਹੀਂ ਹੈਗੇ। ਨਹੀਂ ਤਾਂ ਮੇਰੇ ਖਿਆਲ ਨਾਲ ਜੋ ਸਾਡੇ ਵਿਜੀਲੈਂਸ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੇ ਉਹ ਦਿਨ ਰਾਤ ਮਿਹਨਤ ਵੀ ਕਰਦੇ ਨੇ ਤੇ ਉਹ ਹਰ ਚੀਜ਼ ਨੂੰ ਕੋਸ਼ਿਸ਼ ਕਰਦੇ ਨੇ ਕਿ ਜੇ ਕੁਝ ਵੀ ਕਿਤੇ ਗਲਤ ਹੈਗਾ ਤਾਂ ਉਸ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਜਾਵੇ। ਮੈਨੂੰ ਨਹੀਂ ਬੁਲਾਇਆ ਗਿਆ ਹੈਗਾ। ਸਿਰਫ ਇੱਕ ਇਨਕੁਆਇਰੀ ਚੱਲ ਰਹੀ ਹੈ ਔਰ ਉਸ ਇਨਕੁਆਇਰੀ ਦੇ ਚੱਲਦੇ ਮੇਰਾ ਹੀ ਨਹੀਂ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਕਿਸੇ ਵੀ ਇਨਕੁਆਇਰੀ ਚੱਲਦੇ ਹੋਏ ਦੇ ਵਿੱਚ ਉਹਦੀ ਪ੍ਰਮੋਸ਼ਨ ਜਾਂ ਕੋਈ ਵੀ ਹੋਰ ਬੈਨੀਫਿਟਸ ਨਹੀਂ ਰੋਕੇ ਜਾ ਸਕਦੇ ਜਦ ਤੱਕ ਕਿ ਉਹਦਾ ਦੋਸ਼ ਸਾਬਤ ਨਹੀਂ ਹੋ ਜਾਂਦਾ। ਮੈਮ ਮਸਲਾ ਕੀ ਹੈਗਾ, ਕਿਉਂ ਤੁਹਾਡੇ ਤੇ ਇਲਜ਼ਾਮ ਲੱਗੇ, ਕਿਉਂ ਵਿਜੀਲੈਂਸ ਇਨਕੁਆਇਰੀ ਜਿਹੜੀ ਹੈ ਖੁੱਲੀ ਹੈ? ਘੁੰਗਰਾਣਾ FD ਦਾ ਵੀ ਕੋਈ ਇਲਜ਼ਾਮ ਜਿਹੜਾ ਲੱਗ ਰਿਹਾ? ਜਿਹੜੀ ਇਹ ਵਿਜੀਲੈਂਸ ਦੀ ਇਨਕੁਆਇਰੀ ਦੀ ਗੱਲ ਹੋ ਰਹੀ ਹੈ ਇਹ ਕਰੀਬ ਪਿਛਲੇ ਸਾਲ ਨਵੰਬਰ ਦੇ ਕਰੀਬ ਦੀ ਗੱਲ ਹੈਗੀ ਹੈ ਜਦੋਂ ਇੱਕ ਕੰਪਲੇਂਟ ਜਿਹੜੀ ਸੀਗੀ ਉਹ ਦਿੱਤੀ ਗਈ ਹੈ। ਉਹਦੇ ਵਿੱਚ 2-3 ਪੁਆਇੰਟਸ ਰੇਜ਼ ਕੀਤੇ ਗਏ ਨੇ। ਇੱਥੇ ਮੈਂ ਦੱਸਣਾ ਚਾਹੂੰਗੀ ਕਿ ਇਹਨਾਂ ਦੇ ਵਿੱਚੋਂ ਜਿਹੜਾ ਗੱਡੀ ਦੇ ਰਿਲੇਟਡ ਜਿਹੜਾ ਪੁਆਇੰਟ ਹੈਗਾ ਉਹ ਆਲਰੇਡੀ ਮੇਰੇ ਡਿਪਾਰਟਮੈਂਟ ਦੀ ਇਸ ਵਿਜੀਲੈਂਸ ਦੀ ਕੰਪਲੇਂਟ ਤੋਂ ਪਹਿਲਾਂ ਹੀ ਉੱਥੇ ਕਿਸੇ ਨੇ ਕੰਪਲੇਂਟ ਦਿੱਤੀ ਸੀਗੀ ਤੇ ਉਹ ਕੰਪਲੇਂਟ ਦੀ ਇਨਕੁਆਇਰੀ ਹੋ ਚੁੱਕੀ ਹੈ ਔਰ ਉਹ ਮੇਰੀ ਇਨਕੁਆਇਰੀ ਜਿਹੜੀ ਆ ਫਾਈਲ ਹੋ ਚੁੱਕੀ ਹੈ, ਖਤਮ ਹੋ ਚੁੱਕੀ ਹੈ ਉੱਥੇ। ਉਸ ਤੋਂ ਬਾਅਦ ਹੀ ਡਿਪਾਰਟਮੈਂਟ ਨੇ ਸਾਰੀ ਕੰਸੀਡਰ ਕੀਤਾ ਮੇਰੀ ਪ੍ਰਮੋਸ਼ਨ ਨੂੰ। ਸਿਰਫ ਕੁਝ ਸ਼ਰਾਰਤੀ ਅਨਸਰਾਂ ਨੇ ਮੈਂ ਕਹੂੰਗੀ ਕਿ ਇੱਕ ਮੈਨੂੰ ਮੈਂਟਲ ਪਰੇਸ਼ਾਨੀ ਦੇਣ ਦੇ ਲਈ ਉਹਨਾਂ ਨੇ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਇਸ ਇੱਕ ਕਾਗਜ਼ ਦੇ ਉੱਤੇ ਕੁਝ ਲਿਖ ਕੇ ਉੱਥੇ ਦੇ ਦਿੱਤਾ ਕਿ ਮੇਰੀ ਪ੍ਰਮੋਸ਼ਨ ਨਾ ਹੋਵੇ ਜਾਂ ਮੈਨੂੰ ਕੋਈ ਹੋਰ ਬੈਨੀਫਿਟਸ ਨਾ ਮਿਲਣ। ਗੱਡੀ ਦਾ ਕੀ ਮਸਲਾ ਹੈ? ਜਿਹੜਾ ਗੱਡੀ ਦਾ ਮਸਲਾ ਰੇਜ਼ ਕੀਤਾ ਜਾ ਰਿਹਾ ਉਹ ਕੁਝ ਨਹੀਂ ਹੈਗਾ। ਮੈਂ BDPO ਦਰਾਹਾ ਸੀਗੀ ਤੇ ਉੱਥੇ ਇੱਕ ਸਰਕਾਰੀ ਗੱਡੀ ਜੋ 1993 ਮਾਡਲ ਦੀ ਜਿਪਸੀ ਸੀਗੀ ਜਿਹੜੀ ਕਿ ਮੇਰੀ ਉੱਥੇ ਜੁਆਇਨ ਕਰਨ ਤੋਂ ਪਹਿਲਾਂ ਹੀ ਕੰਡਮ ਕਰਵਾ ਦਿੱਤੀ ਗਈ ਸੀ। ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਉਹ ਕੰਡਮ ਹੋ ਚੁੱਕੀ ਸੀ, ਖਸਤਾ ਹਾਲਤ ਦੇ ਵਿੱਚ ਸੀਗੀ ਔਰ ਮਲਟੀਪਲ ਟਾਈਮਸ ਉੱਥੇ ਦੀ ਸੰਮਤੀ ਨੇ ਵੀ ਉਹਦੀ ਆਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਕਸ਼ਨ ਨਹੀਂ ਹੋ ਰਹੀ ਸੀਗੀ। ਤਾਂ ਸੰਮਤੀ ਨੇ ਮਤਾ ਪਾਇਆ ਕਿ ਇਹਨੂੰ 35,000 ਦੇ ਵਿੱਚ ਇਸ ਗੱਡੀ ਨੂੰ ਵੇਚ ਦਿੱਤਾ ਜਾਵੇ ਤੇ ਜਦੋਂ 35,000 ਦੇ ਵਿੱਚ ਵੀ ਆਕਸ਼ਨ ਦੇ ਵਿੱਚ ਇਹ ਨਹੀਂ ਵਿਕੀ ਤਾਂ ਮੈਂ ਵਨ ਆਫ ਦਾ ਪਾਰਟਿਸਿਪੈਂਟ ਸੀਗੀ ਬੋਲੀ ਦੇ ਵਿੱਚ ਤਾਂ ਮੈਂ ਉਸ ਨੂੰ ਆਪਣੇ ਹਸਬੈਂਡ ਦੇ ਨਾਮ ਤੇ ਲਿੱਤਾ ਹੈਗਾ ਵਿਦ ਡਿਊ ਪ੍ਰੋਸੈਸ ਲਿੱਤਾ। ਮੈਂ ਆਪਣੀ ਸੈਲਰੀ ਅਕਾਊਂਟ ਦੇ ਵਿੱਚ 36,100 ਤੇ ਉਹਦੀ ਬੋਲੀ ਦੇ ਕੇ ਉਹਦੀ ਬੋਲੀ ਲਿੱਤੀ ਹੈ। ਮੇਰੇ ਹਸਬੈਂਡ ਵੀ ਸਰਕਾਰੀ ਮੁਲਾਜ਼ਮ ਨੇ, ਉਹ ਓਪਨਲੀ ਕਿਸੇ ਵੀ ਆਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਇਸ ਜਿਹੜੀ ਆਕਸ਼ਨ ਸੀਗੀ ਇਹਦੀ ਚੇਅਰਪਰਸਨ ਮੈਂ ਨਹੀਂ ਸੀਗੀ, ਇਹ ਸੰਮਤੀ ਦੀ ਪ੍ਰਾਪਰਟੀ ਹੁੰਦੀ ਹੈ। ਉਸ ਸਮੇਂ ਦੇ BDPO ਦਰਾਹਾ ਸੰਮਤੀ ਦੇ ਜਿਹੜੇ ਚੇਅਰਪਰਸਨ ਸੀ ਉਹ ਸੀਗੇ ਉੱਥੇ ਹਾਜ਼ਰ, ਸਾਰੇ ਮੈਂਬਰ ਹਾਜ਼ਰ ਸੀਗੇ ਤਾਂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੀ ਇਹ ਆਕਸ਼ਨ ਜਿਹੜੀ ਹੈ ਹੋਈ ਹੈ ਔਰ ਇਹਦੇ ਵਿੱਚ ਕੁਝ ਵੀ ਮੈਲਾਫਾਈਡ ਨਹੀਂ ਹੈਗਾ। ਘੁੰਗਰਾਣਾ ਜਿਹੜੀ FD ਦਾ ਮਸਲਾ ਜੀ, ਇੱਕ ਤੁਸੀਂ ਕੋਈ ਬਿਲਡਿੰਗ ਵੀ ਬਣਾਈ ਹੈ, ਕਿਹਾ ਜਾ ਰਿਹਾ ਉਹਦੇ ਫੰਡਸ ਜਿਹੜੇ ਯੂਜ਼ ਕੀਤੇ ਗਏ ਨੇ, ਤਾਂ ਉਹ ਆਖਿਰ ਕੀ ਮਸਲਾ ਉਹਦੇ ਕਰਕੇ ਜਿਹੜਾ ਤੁਹਾਡੇ ਤੇ ਪ੍ਰੈਸ਼ਰ? ਘੁੰਗਰਾਣੇ ਦਾ ਜਿਹੜਾ ਪੁਆਇੰਟ ਰੇਜ਼ ਕੀਤਾ ਜਾ ਰਿਹਾ, ਘੁੰਗਰਾਣਾ ਇੱਕ ਪੰਚਾਇਤ ਹੈਗੀ ਹੈ ਪੱਖੋਵਾਲ ਬਲਾਕ ਦੇ ਵਿੱਚ ਜਿੱਥੇ ਕਿ ਕਰੀਬ 2016 ਜਾਂ 17 ਦੇ ਵਿੱਚ ਐਕੁਜੀਸ਼ਨ ਦੇ 8 ਕਰੋੜ ਸਮਥਿੰਗ ਕੁਝ ਪੈਸੇ ਆਏ ਸੀਗੇ। ਲੈਂਡ ਐਕਵਾਇਰ ਹੋਈ ਸੀ ਉਹਨਾਂ ਦੀ ਡਰਾਈ ਪੋਰਟ ਲਈ। ਉਹਦਾ ਕੁਝ ਸ਼ੇਅਰ ਜਿਹੜਾ ਹੁੰਦਾ ਉਹ ਅਸੀਂ ਸੰਮਤੀ ਦੇ ਵਿੱਚ ਮੈਂਡੇਟਰੀਲੀ ਦੇਣਾ ਹੁੰਦਾ ਹਰ ਪੰਚਾਇਤ ਨੇ। ਜਦੋਂ ਵੀ ਉਹਨਾਂ ਨੂੰ ਕੋਈ ਆਮਦਨ ਹੁੰਦੀ ਹੈ ਉਹਨਾਂ ਨੂੰ ਸੰਮਤੀ ਨੂੰ ਦੇਣਾ ਹੁੰਦਾ ਤੇ ਉਸ ਦਾ 30% ਦੇ ਅਕੋਰਡਿੰਗ ਜੇ ਆਪਾਂ ਕੈਲਕੂਲੇਸ਼ਨ ਲਗਾਈਏ ਜਾਂ ਮਿਨੀਮਲ 22% ਦੇ ਅਕੋਰਡਿੰਗ ਲਗਾਈਏ ਤਾਂ 2.25 ਕਰੋੜ ਦੇ ਕਰੀਬ ਪੰਚਾਇਤ ਸੰਮਤੀ ਪੱਖੋਵਾਲ ਨੂੰ ਇਹਦਾ ਪੈਸਾ ਆਉਣਾ ਸੀ। ਜਦੋਂ ਮੈਂ ਉੱਥੇ ਜੁਆਇਨ ਕੀਤਾ ਤਾਂ ਮੇਰੇ ਧਿਆਨ 'ਚ ਆਇਆ ਕਿ ਪਿਛਲੇ 4 ਸਾਲਾਂ ਤੋਂ ਇਹਦਾ ਪੈਸਾ ਜੋ ਹੈ ਸੰਮਤੀ ਨੂੰ ਜਮ੍ਹਾਂ ਨਹੀਂ ਹੋਇਆ ਤੇ ਸੰਮਤੀ ਨੂੰ ਇਹਦਾ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ ਪਿਛਲੇ 4 ਸਾਲਾਂ ਦਾ ਤੇ ਨਾਲ ਹੀ ਇੱਕ ਆਡਿਟ ਆਬਜੈਕਸ਼ਨ ਵੀ ਇਹਦੇ ਤੇ ਲੱਗਿਆ ਹੋਇਆ ਸੀਗਾ। ਸੋ ਇਹਨਾਂ ਦੋਨਾਂ ਦੇ ਚੱਲਦਿਆਂ ਅਸੀਂ ਉੱਥੇ ਦੀ ਪੰਚਾਇਤ ਨੂੰ ਬੁਲਾਇਆ, ਉਹਨਾਂ ਨੂੰ ਸਮਝਾਇਆ, ਮੋਟੀਵੇਟ ਕੀਤਾ ਕਿ ਇਹ ਤੁਹਾਡੀ ਡਿਊਟੀ ਹੈ ਕਿ ਤੁਹਾਨੂੰ ਇਹ ਪੈਸਾ ਜਮ੍ਹਾਂ ਕਰਵਾਉਣਾ ਪਏਗਾ। ਤਾਂ ਉਹਨਾਂ ਨੇ ਸਾਡੀ ਗੱਲ ਨੂੰ ਸਮਝਿਆ ਤੇ ਉਹਨਾਂ ਨੇ ਜੋ ਆਪਣੀ ਸਿਆਣਪ ਨਾਲ ਉਹਦੀ FD ਕਰਾਈ ਹੋਈ ਸੀ ਉਸ FD ਦੇ ਵਿੱਚੋਂ 2.25 ਕਰੋੜ ਰੁਪਇਆ ਡਾਇਰੈਕਟਲੀ ਟ੍ਰਾਂਸਫਰ ਹੋਇਆ ਹੈਗਾ ਪੰਚਾਇਤ ਸੰਮਤੀ ਪੱਖੋਵਾਲ ਤੇ। ਇਹ ਔਨ ਰਿਕਾਰਡ ਹੈ, ਕੋਈ ਵੀ ਉਹਨੂੰ ਜਾਂਚ ਕਰ ਸਕਦਾ। ਇਹਦੇ ਵਿੱਚ ਕੋਈ ਵੀ ਪੈਸਾ ਉਹਦੇ ਆਊਟ ਆਫ ਦਾ ਵੇ ਜਾ ਕੇ ਆਊਟ ਆਫ ਰੂਲਸ ਨਹੀਂ ਕਢਾਇਆ ਗਿਆ। ਇਹ ਜ਼ਰੂਰੀ ਸੀਗਾ ਕਢਵਾਉਣਾ। ਹੁਣ ਕੀ ਮੰਗ ਕੀ ਕਰਦੇ?
ਮੈਂ ਮੰਗ ਇਹ ਕਰਦੀ ਹਾਂ ਜੀ, ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਸਰ ਜਿਹੜਾ ਇਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਕਿਸੇ ਵੀ ਗੱਲ ਨੂੰ ਉਛਾਲ ਕੇ ਜਾਂ ਇੱਕ ਕਾਗਜ਼ ਦੇ ਉੱਤੇ 2 ਅੱਖਰ ਲਿਖ ਕੇ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਇੱਕ ਤਰ੍ਹਾਂ ਨਾਲ, ਜੇ ਮੈਂ ਮੈਨੂੰ ਮਾਫ ਕਰਨਾ ਜੇ ਮੈਂ ਕੋਈ ਸਖਤ ਵਰਡ ਯੂਜ਼ ਕਰ ਲਿਆ, ਪਰ ਇਹ ਇੱਕ ਬਲੈਕਮੇਲ ਕਰਨ ਦਾ ਜੋ ਟੈਂਡੈਂਸੀ ਹੈਗੀ ਹੈ, ਇਹਦੇ ਵਿੱਚ ਮੈਂ ਔਨ ਬਿਹਾਫ ਆਫ ਮੇਬੀ ਆਲ ਆਫਿਸਰਸ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਸਰ ਇਹਦੇ 'ਚ ਤੁਸੀਂ ਪਰਸਨਲ ਅਟੈਂਸ਼ਨ ਦਿਓ। ਇਸ ਤਰੀਕੇ ਦੇ ਨਾਲ ਬਲੈਕਮੇਲਿੰਗ ਜੇ ਸਾਡੀ ਹੁੰਦੀ ਰਹੇਗੀ ਤਾਂ ਅਸੀਂ ਇਮਾਨਦਾਰੀ ਤਰੀਕੇ ਦੇ ਨਾਲ ਕੋਈ ਵੀ ਅਫਸਰ ਕਿਸੇ ਵੀ ਕੰਮ 'ਚ ਹੱਥ ਨਹੀਂ ਪਾਊਗਾ। ਹਰ ਅਫਸਰ ਪਿੱਛੇ ਜਾਏਗਾ ਕਿ ਸ਼ਾਇਦ ਕੱਲ੍ਹ ਨੂੰ ਮੈਨੂੰ ਕੋਈ ਬਲੈਕਮੇਲ ਨਾ ਕਰਨ ਲੱਗ ਜਾਵੇ। ਜੇ ਮੈਂ ਇੱਕ ਖਸਤਾ ਗੱਡੀ ਦੀ ਆਕਸ਼ਨ ਕਰਾਈ, ਜੇ ਮੈਂ ਇੱਕ ਇਨਕੁਆਇਰੀ ਨੂੰ ਸਿਰੇ ਲਗਾ ਰਹੀ ਹਾਂ ਫੇਅਰ ਟਰਾਂਸਪੇਰੈਂਟ ਤਰੀਕੇ ਦੇ ਨਾਲ, ਜੇ ਮੈਂ ਸੰਮਤੀ ਦਾ ਫਾਈਨੈਂਸ਼ੀਅਲ ਲਾਸ ਦੇਖਦੇ ਹੋਏ ਕੋਈ ਪੈਸਾ ਜਮ੍ਹਾਂ ਕਰਵਾਇਆ ਤਾਂ ਉਹਦਾ ਸਿਲਾ ਅੱਜ ਮੈਨੂੰ ਇਹ ਮਿਲ ਰਿਹਾ ਕਿ ਮੈਨੂੰ ਇੱਕ ਸੀਨੀਅਰ ਆਗੂ ਜਿਹੜੇ ਨੇ ਉਹ ਭ੍ਰਿਸ਼ਟ ਕਹਿ ਰਹੇ ਨੇ, ਜਦੋਂ ਕਿ ਮੇਰੇ ਉੱਤੇ ਕੋਈ ਵੀ ਇਸ ਚੀਜ਼ ਦਾ ਚਾਰਜ ਜਿਹੜਾ ਹੈਗਾ ਉਹ ਅਜੇ ਤੱਕ ਪ੍ਰੂਵ ਹੀ ਨਹੀਂ ਹੋਇਆ ਹੈਗਾ। ਮੈਮ ਇੱਕ ਹੋਰ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭ੍ਰਿਸ਼ਟ ਅਫਸਰ ਨੇ, ਆਖਿਰ ਉਹਨਾਂ ਦੀ ਕੀ ਇਨਵੋਲਵਮੈਂਟ ਹੈ, ਕਿਉਂ? ਇੱਥੇ ਮੈਂ ਬੇਨਤੀ ਕਰਨਾ ਚਾਹੁੰਦੀ ਹੈਗੀ ਆ, ਮੈਂ ਸਾਡੇ ਬਹੁਤ ਹੀ ਮਾਨਯੋਗ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਜੋ ਸਾਬਕਾ ਆਪਣੇ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ, ਉਹ ਮੇਰੇ ਲਈ ਫਾਦਰ ਫਿਗਰ ਦੇ ਸਮਾਨ ਨੇ। ਮੈਂ ਸਰ ਤੁਹਾਨੂੰ ਰਿਕੁਐਸਟ ਕਰਦੀ ਹਾਂ ਇਸ ਪਲੇਟਫਾਰਮ ਰਾਹੀਂ ਕਿ ਜਿਸ ਵੀ ਪਰਸਨ ਨੇ ਤੁਹਾਨੂੰ ਮਿਸਲੀਡ ਕੀਤਾ ਹੈਗਾ ਗਲਤ ਫੈਕਟਸ ਦੇ ਕੇ, ਕਾਈਂਡਲੀ ਉਸ ਪਰਸਨ ਦੀ ਤੁਸੀਂ ਤਾੜ ਨਾ ਕਰੋ ਅਤੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਤੁਸੀਂ ਆਪਣੇ ਤੋਂ 2 ਗਜ ਦੂਰ ਰੱਖੋ ਕਿ ਜਿਹੜੇ ਕਿ ਸਿਰਫ ਆਪਣੇ ਐਂਡਸ ਨੂੰ ਮੀਟਅਪ ਕਰਨ ਲਈ, ਆਪਣੇ ਪੱਧਰ 'ਤੇ ਕਿਸੇ ਨੂੰ ਬਲੈਕਮੇਲ ਕਰਵਾਉਣ ਲਈ ਤੁਹਾਡੇ ਵਰਗੇ ਉੱਚੇ ਕਿਰਦਾਰ ਦੇ ਔਰ ਮਿਆਰ ਦੇ ਜੋ ਪੋਲੀਟੀਸ਼ੀਅਨ ਸੀਜ਼ਨਡ ਪੋਲੀਟੀਸ਼ੀਅਨ ਨੇ ਉਹਨਾਂ ਤੋਂ ਇੱਕ ਬਿਆਨ ਦਵਾ ਕੇ ਉਹ ਸੈਂਸੇਸ਼ਨਲਾਈਜ਼ ਇਸ਼ੂ ਨੂੰ ਕਰਨਾ ਚਾਹੁੰਦੇ ਨੇ ਅਤੇ ਇੱਕ ਮੈਨੂੰ ਮੈਂਟਲੀ ਉਹ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਨੇ ਕਿ ਮੈਂ ਖੁਦ ਹੀ ਕੁਇਟ ਕਰ ਜਾਵਾਂ ਇਸ ਇਨਕੁਆਇਰੀ ਤੋਂ। ਪਰ ਮੈਂ ਐਸ਼ੋਰੈਂਸ ਦਿੰਦੀ ਹਾਂ, ਮੈਂ ਮਾਨ ਸਰਕਾਰ ਨੂੰ ਵੀ ਐਸ਼ੋਰੈਂਸ ਦਿੰਦੀ ਹਾਂ ਕਿ ਜਿਸ ਤਰ੍ਹਾਂ ਉਹ ਸੱਚਾਈ ਦੇ ਨਾਲ ਖੜ ਰਹੇ ਨੇ, ਉਹਨਾਂ ਨੇ ਮੇਰੇ ਉੱਤੇ ਫੇਥ ਕੀਤਾ, ਮੇਰੀ ਇਮਾਨਦਾਰੀ ਤੇ ਫੇਥ ਕੀਤਾ ਔਰ ਮੈਨੂੰ ਇਸ ਇਨਕੁਆਇਰੀ ਦੇ ਵਿੱਚ ਫੈਕਟਸ ਮੰਗੇ ਨੇ ਕਿ ਸਰ ਮੈਂ ਮਰਦੇ ਦਮ ਤੱਕ ਜਦ ਤੱਕ ਤੁਸੀਂ ਮੈਨੂੰ ਇਹ ਡਿਊਟੀ ਦਿਓਗੇ ਤਾਂ ਮੈਂ ਜੋ ਫੈਕਟਸ ਹੈਗੇ ਨੇ ਉਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰੂੰਗੀ।